ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਪੰਜਾਬ ਦੇ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਚੰਗੀਆਂ ਖਬਰਾਂ ਵੀ ਕਈ ਆ ਰਹੀਆਂ ਨੇ ਕਿ ਕੁਝ ਜ਼ਿਲ੍ਹੇ ਪੂਰੀ ਤਰ੍ਹਾਂ ਕਰੋਨਾ ਮੁਕਤ ਹੋ ਰਹੇ ਨੇ। ਫਿਲਹਾਲ 286 ਕੇਸ ਕਰੋਨਾ ਦੇ ਪੰਜਾਬ ਭਰ ਦੇ ਵਿੱਚ ਪੋਜ਼ਿਟਿਵ ਹੈਗੇ ਨੇ, ਪਰ ਸਭ ਤੋਂ ਇੱਕ ਚਿੰਤਾਜਨਕ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਸੀਐਮ ਸਿਟੀ ਤੋਂ, ਪਟਿਆਲਾ ਤੋਂ। ਪਟਿਆਲਾ ਦੇ ਵਿੱਚ 49 ਕੇਸ ਹੁਣ ਤੱਕ ਪੋਜ਼ਿਟਿਵ ਸਾਹਮਣੇ ਆ ਚੁੱਕੇ ਨੇ। ਪਟਿਆਲਾ ਦੇ ਵਿੱਚ ਲਗਾਤਾਰ ਦਿਨ ਕੇਸਾਂ ਦਾ ਵਿੱਚ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਇਸ ਸਮੇਂ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ ਹੈਗਾ, ਪ੍ਰਸ਼ਾਸਨ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ ਹੈਗਾ, ਔਰ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਉੱਪਰ ਸਰਕਾਰ ਦੀ ਨਜ਼ਰ ਕਿਸ ਤਰ੍ਹਾਂ ਦੀ ਹੈਗੀ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਸਾਂਸਦ ਮਹਾਰਾਣੀ ਪ੍ਰਨੀਤ ਕੌਰ ਇਸ ਸਮੇਂ ਦੈਨਿਕ ਸਵੇਰਾ ਟੀਵੀ ਦੇ ਨਾਲ ਐਕਸਕਲੂਸਿਵਲੀ ਮੌਜੂਦ ਹੈਗੇ ਨੇ। ਮੈਡਮ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ ਤੁਹਾਡਾ। ਮੈਮ, ਸਭ ਤੋਂ ਪਹਿਲਾਂ ਹੌਟਸਪੌਟ ਬਣ ਗਿਆ ਪਟਿਆਲਾ, ਕਿਸ ਤਰ੍ਹਾਂ ਦੇਖ ਰਹੇ ਹੋ? ਲਗਾਤਾਰ ਕੇਸ ਵੱਧ ਰਹੇ ਨੇ, ਇੱਕ ਦਿਨ 5 ਕੇਸ ਵੱਧ ਜਾਂਦੇ, ਫਿਰ 7 ਕੇਸ ਵੱਧ ਜਾਂਦੇ, 14 ਕੇਸ ਵੱਧ ਜਾਂਦੇ ਨੇ। ਕਿਸ ਤਰ੍ਹਾਂ ਦੇਖ ਰਹੇ ਹੋ ਸਿਚੁਏਸ਼ਨ? ਬਹੁਤ ਟੈਂਸ ਬਣ ਰਹੀ ਹੈ ਪਟਿਆਲਾ ਦੇ ਵਿੱਚ। ਦੇਖੋ, ਇਹ ਜਿਹੜੀ ਸਿਚੁਏਸ਼ਨ ਬਣੀ ਹੈ ਇਹਦਾ ਸੋਰਸ ਇੱਕੋ ਹੀ ਹੈ। ਇੱਕ ਲਾਈਨ ਚੱਲ ਰਹੀ ਹੈ, ਜਿਨ੍ਹਾਂ ਨੇ ਇੱਕ ਦੂਜੇ ਦੇ ਨਾਲ ਰਾਬਤਾ ਕੀਤਾ, ਬਾਹਰੋਂ ਜਾ ਕੇ ਲੈ ਕੇ ਆਏ ਨੇ, ਚਾਹੇ ਉਹ ਪਟਿਆਲੇ ਦੇ ਲੋਕ ਸੀ ਜੀ। ਹੁਣ ਥੋੜਾ ਜਿਹਾ ਕੰਟੇਨ ਹੋਇਆ ਉਸ ਦੇ ਬਾਅਦ ਕੋਈ ਹੋਰ ਹੱਲੇ ਤੱਕ ਪੋਜ਼ਿਟਿਵ ਨਹੀਂ ਆਏ। ਅੱਜ ਸ਼ਾਮ ਨੂੰ, ਕੱਲ ਨੂੰ ਇਹਦਾ ਪਤਾ ਨਹੀਂ। ਜਿਹੜੇ ਰਾਜਪੁਰੇ ਦੇ ਕੇਸ ਹੋਏ ਨੇ 18 ਕੱਲ ਜੀ, ਇੱਕੋ ਹੀ ਲਾਈਨ ਦੇ ਵਿੱਚ ਹੋਏ ਨੇ ਤੇ ਉਹਨਾਂ ਦਾ ਵੀ ਰਾਬਤਾ ਪਟਿਆਲੇ ਵਾਲਿਆਂ ਨਾਲ ਸੀਗਾ। ਅੱਜ ਪਟਿਆਲੇ ਰਜਿੰਦਰਾ ਹਸਪੀਟਲ 'ਚ 48 ਕੇਸ ਹੈਗੇ ਨੇ, 39 ਸੀ, ਇੱਕ ਘਰ ਚਲਾ ਗਿਆ ਜੀ। ਸੋ ਇਹ ਸਾਰੇ ਕੇਸ ਰਜਿੰਦਰਾ ਹਸਪੀਟਲ 'ਚ ਆਏ ਨੇ, ਰਾਜਪੁਰੇ ਦੇ ਔਰ ਪਟਿਆਲੇ ਦੇ। ਔਰ ਲਗਾਤਾਰ ਰਾਜਪੁਰੇ ਦੇ ਵਿੱਚ ਅੱਜ ਵੀ ਪ੍ਰਸ਼ਾਸਨ ਉੱਥੇ ਹੀ ਸਵੇਰੇ ਬੈਠੀ ਸੀ, ਟ੍ਰੇਸ ਕਰ ਰਹੀ ਸੀ। ਲਗਭਗ 1 ਲੱਖ ਦੀ ਜਿਹੜੀ ਸ਼ਹਿਰ ਦੀ ਪੋਪੂਲੇਸ਼ਨ ਹੈ, ਉਹਦੇ ਵਿੱਚੋਂ ਕੋਈ 60% ਦੀ ਸਕਰੀਨਿੰਗ ਹੋ ਚੁੱਕੀ ਹੈ ਔਰ 1-2 ਦਿਨਾਂ 'ਚ ਪੂਰੀ ਸਕਰੀਨਿੰਗ ਮੁੱਕ ਜਾਊਗੀ। ਕਿੰਨੇ ਲੋਕਾਂ ਦੀ ਸਕਰੀਨਿੰਗ ਕਰਾ ਰਹੇ ਹੋ ਮੈਮ? ਇਹ ਜਿਹੜੇ ਵੀ ਪੂਰੇ ਸ਼ਹਿਰ ਦੀ ਸਕਰੀਨਿੰਗ ਹੋ ਰਹੀ ਹੈ, ਘਰ ਦੀ ਸਕਰੀਨਿੰਗ ਹੋਈ ਹੈ, ਘਰ ਦੀ ਸਕਰੀਨਿੰਗ ਪਟਿਆਲੇ ਸ਼ਹਿਰ 'ਚ ਵੀ ਹੋਈ ਹੈ। ਕਿੰਨੀ ਗਿਣਤੀ ਹੈਗੀ, ਆਬਾਦੀ ਕਿੰਨੀ ਹੈਗੀ ਹੈ ਪਟਿਆਲੇ ਦੀ? ਹਾਂਜੀ, ਕਿੰਨੀ ਗਿਣਤੀ, ਆਬਾਦੀ ਕਿੰਨੀ ਹੈ ਪਟਿਆਲੇ ਦੀ? ਕੋਈ 5 ਲੱਖ ਦੇ ਕਰੀਬ ਹੈ ਜੀ। ਔਰ ਇਹ 5 ਲੱਖ ਦੀ ਸਕਰੀਨਿੰਗ ਤੁਸੀਂ ਕਰਾ ਰਹੇ ਹੋ, ਕਿੰਨੇ ਦਿਨਾਂ ਤੱਕ ਇਹ ਪ੍ਰੋਸੈਸ ਪੂਰਾ ਹੋਣਾ? ਮੇਰੇ ਖਿਆਲ 'ਚ ਪ੍ਰੋਸੈਸ ਤਕਰੀਬਨ ਪੂਰਾ ਹੋ ਹੀ ਗਿਆ ਜੀ। ਔਰ ਆਈਸੋਲੇਸ਼ਨ ਵਾਰਡਸ ਨੂੰ ਲੈ ਕੇ ਕਈ ਜਗ੍ਹਾ ਤੇ ਸਥਿਤੀ ਬੜੀ ਖਰਾਬ ਹੈਗੀ ਹੈ ਕਿ ਆਈਸੋਲੇਸ਼ਨ ਵਾਰਡਸ ਦੇ ਵਿੱਚ ਪੇਸ਼ੈਂਟ ਸੁੱਟੇ ਜਾ ਰਹੇ ਆ ਔਰ ਉਹਨਾਂ ਦੀ ਦੇਖ ਰੇਖ ਸਹੀ ਤਰ੍ਹਾਂ ਦੇ ਨਾਲ ਨਹੀਂ ਹੋ ਰਹੀ। ਓਨੈਸਟਲੀ ਅਗਰ ਤੁਸੀਂ ਦੱਸੋ ਪਟਿਆਲਾ ਦੀ ਕੀ ਸਿਚੁਏਸ਼ਨ ਹੈਗੀ ਹੈ? ਤੁਹਾਡੇ ਕੋਲ ਆਈਸੋਲੇਸ਼ਨ ਵਾਰਡਸ ਕਿੰਨੇ ਹੈਗੇ ਨੇ? ਤੁਹਾਡੇ ਕੋਲ ਵੈਂਟੀਲੇਟਰਸ ਦਾ ਕੀ ਕਾਊਂਟ ਹੈਗਾ ਵਾ? ਉਹਨਾਂ ਦੀ ਕੀ ਸਥਿਤੀ ਹੈਗੀ ਹੈ? ਔਰ ਜਿਹੜੇ ਏਰੀਏ ਸੀਲ ਕੀਤੇ ਸੀਗੇ ਉਹਨਾਂ ਨੂੰ ਲੈ ਕੇ ਹੁਣ ਕੀ ਕਰ ਰਹੇ ਹੋ? ਦੇਖੋ, ਜਿਹੜੇ ਤਾਂ ਆਈਸੋਲੇਸ਼ਨ ਵਾਰਡ ਹੈ, ਇੱਕ ਤਾਂ ਜਿਹਦੇ ਵਿੱਚ ਕਰੋਨਾ ਵਾਇਰਸ ਦੇ ਐਕਚੁਅਲ ਪੇਸ਼ੈਂਟਸ ਹੈਗੇ ਨੇ ਜੀ, ਉਹ ਹੈਗਾ ਕੋਈ 1060 ਦੇ ਕਰੀਬ ਬੈਡਸ ਹੈਗੇ ਨੇ ਜੀ। ਔਰ ਉਹਦੇ ਵਿੱਚ ਹੁਣ 48 ਕਰੋਨਾ ਪੇਸ਼ੈਂਟਸ ਹੈਗੇ ਨੇ। ਇੱਕ ਦੂਰੀ ਦੇ ਵਿੱਚ ਪਿਛਲੇ ਪਾਸੇ ਰਜਿੰਦਰਾ ਹਸਪੀਟਲ ਦੇ ਆਈਸੋਲੇਸ਼ਨ ਵਾਰਡ ਹੈਗਾ, ਜਿਹਦੇ ਵਿੱਚ ਕੋਈ ਲਗਭਗ 5000 ਤੋਂ ਉੱਪਰ ਬੈਡਸ ਹੈਗੇ ਨੇ ਜੀ। ਬਹੁਤ ਸਟ੍ਰਿਕਟ ਤਰੀਕੇ ਦੇ ਨਾਲ ਹੁਣ ਇਹਨਾਂ ਦੀ ਹੋ ਰਹੀ ਹੈ, ਸਾਰਾ ਕੁਝ ਮਿਲ ਰਿਹਾ ਇਹਨਾਂ ਨੂੰ। ਔਰ ਅਮੀਰ ਵੈਂਟੀਲੇਟਰਸ ਕਿੰਨੇ ਹੈਗੇ ਮੈਮ? ਵੈਂਟੀਲੇਟਰਸ ਕੋਈ ਤਕਰੀਬਨ 40 ਦੇ ਕਰੀਬ ਹੈਗੇ ਨੇ ਰਜਿੰਦਰਾ ਹਸਪੀਟਲ 'ਚ। ਵਧਾ ਰਹੇ ਹੋ ਇਹਨਾਂ ਨੂੰ? ਕੋਈ ਪਲੈਨਿੰਗ ਹੈਗੀ ਹੈ? ਕਿਉਂਕਿ 49 ਤੇ ਪੇਸ਼ੈਂਟ ਹੈਗੇ ਤੁਹਾਡੇ ਕੋਲ, ਇਨ ਕੇਸ ਆਫ ਐਮਰਜੈਂਸੀ ਜੇ ਲੋੜ ਪੈਂਦੀ ਹੈ, ਤੁਹਾਨੂੰ ਲੱਗਦਾ ਕਿ ਵੈਂਟੀਲੇਟਰਸ ਦਾ ਗਿਣਤੀ ਘੱਟੋ ਘੱਟ ਸਫੀਸ਼ੀਐਂਟ ਹੋਣੀ ਚਾਹੀਦੀ ਹੈ? ਹਾਂਜੀ, ਹੋ ਜਾਏਗੀ ਸਫੀਸ਼ੀਐਂਟ। ਅੱਜ ਤੱਕ ਤਾਂ ਸਫੀਸ਼ੀਐਂਟ ਹੈ ਜੀ। ਇੱਕ ਆਈਸੋਲੇਸ਼ਨ ਵਾਰਡਸ ਨੂੰ ਲੈ ਕੇ, ਜਿਸ ਤਰ੍ਹਾਂ ਤੁਸੀਂ ਅੰਮ੍ਰਿਤਸਰ ਦੀ ਘਟਨਾ ਵੀ ਦੇਖੀ ਹੋਣੀ ਆ, ਹੋਰ ਵੱਖ-ਵੱਖ ਜਗ੍ਹਾ ਤੋਂ ਕੇਸਿਸ ਆ ਰਹੇ ਨੇ। ਮੈਂ ਜਿਹੜੇ ਲੁਧਿਆਣੇ ਦੇ ACP ਦੀ ਡੈਥ ਹੋਈ ਸੀ ਉਹਨਾਂ ਦੇ ਰੈਫਰੈਂਸ ਦੇ ਵਿੱਚ ਗੱਲ ਕਰਨਾ ਚਾਹੁੰਦਾ। ਉਹਨਾਂ ਦੇ ਕਿਸੇ ਨਜ਼ਦੀਕੀ ਨੇ ਵੀਡੀਓ ਪੋਸਟ ਕੀਤਾ ਕਿ ਉਹਨਾਂ ਦੀ ACP ਦੀ ਜਿਹੜੀ ਵਾਈਫ ਹੈ ਉਹ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਹੈ, ਉਹਨਾਂ ਨੂੰ ਫੋਨ ਤੱਕ ਅਲਾਉਡ ਨਹੀਂ ਹੈਗਾ, ਘਰ ਗੱਲ ਕਰਨ ਨਹੀਂ ਦਿੱਤੀ ਜਾ ਰਹੀ। ਕਿਆ ਇਸ ਤਰ੍ਹਾਂ ਦੀ ਮੈਮ ਕੋਈ ਇੰਸਟਰਕਸ਼ਨਸ ਤੁਹਾਡੀ ਜਾਣਕਾਰੀ ਦੇ ਵਿੱਚ ਹੈਗੀਆਂ ਕਿ ਫੋਨ ਅਲਾਉਡ ਨਹੀਂ ਹੈਗੇ ਜਾਂ ਕੋਈ ਪੇਸ਼ੈਂਟ ਘਰ ਗੱਲ ਨਹੀਂ ਕਰ ਸਕਦਾ ਆਪਣੇ? ਨਹੀਂ, ਜਿੱਥੇ ਤੱਕ ਮੈਨੂੰ ਨੌਲੇਜ ਹੈ, ਮੈਂ ਅੱਜ ਤਾਂ ਨਹੀਂ ਪਤਾ ਕੀਤਾ, ਕੁਝ ਦਿਨ ਪਹਿਲੇ
ਜ਼ਰੂਰ ਪੇਸ਼ੈਂਟ ਕੋਲ ਆਪਣੇ ਵੀ ਫੋਨ ਹੁੰਦੇ ਸੀ, ਔਰ ਜੇ ਕਿਸੇ ਨੇ ਗੱਲ ਕਰਨੀ ਹੁੰਦੀ ਸੀ ਤਾਂ ਡਾਕਟਰ ਵੀ ਗੱਲ ਕਰਾ ਦਿੰਦਾ ਸੀ। ਪਰ ਤੁਹਾਨੂੰ ਲੱਗਦਾ ਮੈਮ ਜ਼ਰੂਰਤ ਹੈਗੀ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਵੀਡੀਓ ਕਾਲਸ ਦਾ ਜ਼ਮਾਨਾ ਹੈਗਾ, ਪਰਿਵਾਰਾਂ ਨੂੰ ਚਿੰਤਾ ਹੁੰਦੀ ਹੈ ਆਪਦੇ ਪਰਿਵਾਰਕ ਮੈਂਬਰਾਂ ਦੀ, ਜਾਂ ਕਈ ਜਗ੍ਹਾ ਤੋਂ ਡਿਮਾਂਡਸ ਆਈ ਕਿ ਆਈਸੋਲੇਸ਼ਨ ਵਾਰਡਸ ਦੇ ਵਿੱਚ CCTV ਕੈਮਰਾ ਇੰਸਟਾਲ ਕਰਵਾ ਦਿੱਤੇ ਜਾਣ, ਘੱਟੋ ਘੱਟ ਥਰੂ ਵੀਡੀਓ ਕਾਨਫਰੰਸਿੰਗ ਦੇ ਇਸ ਤਰ੍ਹਾਂ ਦੇ ਕਿਸੇ ਮਾਧਿਅਮ ਦੇ ਨਾਲ ਹੀ ਲੋਕ ਆਪਦੇ ਪੇਸ਼ੈਂਟਸ ਨਾਲ ਗੱਲਬਾਤ ਕਰ ਸਕਣ, ਤੇ ਸ਼ਾਇਦ ਉਹਨਾਂ ਪੈਨਿਕ ਕ੍ਰੀਏਟ ਨਹੀਂ ਹੋਊਗਾ। ਮੇਰੇ ਖਿਆਲ 'ਚ ਟੈਲੀਫੋਨ ਦੇ ਰਾਹੀਂ ਜ਼ਰੂਰ ਇਹ ਸਾਰੇ ਗੱਲ ਕਰਦੇ ਨੇ, ਬਲਕਿ ਜਿਹੜੇ ਆਈਸੋਲੇਸ਼ਨ ਵਾਰਡ ਦੇ ਵਿੱਚ ਜਵਾਹਰਪੁਰ ਤੋਂ, ਡੇਰਾਬੱਸੀ ਤੋਂ ਜਿਹੜੇ ਗਏ ਹੋਏ ਸੀ ਗਿਆਨ ਸਾਗਰ 'ਚ, ਉਹਨਾਂ ਨੇ 3 ਵਾਰੀ ਪੇਸ਼ੈਂਟਸ ਨੇ ਮੇਰੇ ਫੋਨ ਦੇ ਉੱਤੇ ਮੇਰੇ ਨਾਲ ਗੱਲ ਕੀਤੀ ਆਪਣੀ ਰਿਕੁਆਇਰਮੈਂਟ ਦੇ ਲਈ। ਓਕੇ, ਸੋ ਫੋਨ ਜ਼ਰੂਰ ਹੋਣਗੇ। ਹਾਂਜੀ, ਪਰ ਅਗਰ ਕਈ ਜਗ੍ਹਾ ਤੋਂ ਆ ਰਹੀਆਂ, ਤੁਹਾਨੂੰ ਲੱਗਦਾ ਮੈਮ ਕਿ ਤੁਸੀਂ ਸਰਕਾਰ ਦੇ ਵਿੱਚੋਂ ਇੰਨੇ ਸੀਨੀਅਰ ਲੀਡਰ ਹੋ ਕਿ ਇਸ ਤਰ੍ਹਾਂ ਦੀ ਵਿਵਸਥਾ ਹੋਣ ਦੀ ਜ਼ਰੂਰਤ ਤੁਹਾਨੂੰ ਲੱਗਦੀ ਹੈ ਕਿ ਇਸ ਤਰ੍ਹਾਂ ਦੀ ਵਿਵਸਥਾ ਹੋਵੇ ਕਿ ਕੋਈ ਪੇਸ਼ੈਂਟ ਹੈਗਾ ਤੇ ਘਰ ਗੱਲ ਕਰ ਪਾਵੇ ਆਪਦੀ, ਇੰਨੀ ਕੁ ਖੁੱਲ੍ਹ ਹੋਵੇ ਪੇਸ਼ੈਂਟ ਨੂੰ ਆਪਦੇ ਫੋਨ ਤੋਂ? ਨਹੀਂ, ਜ਼ਰੂਰ ਹੋਣੀ ਚਾਹੀਦੀ, ਔਰ ਮੇਰੇ ਖਿਆਲ 'ਚ ਹੈ ਵੀ। ਜੀ, ਠੀਕ ਹੈ। ਇੱਕ ਦੂਸਰੀ ਚੀਜ਼, ਪੰਜਾਬ ਸਰਕਾਰ ਨੂੰ ਕੇਂਦਰ ਤੋਂ ਕਿੰਨੀ ਮਦਦ ਮਿਲੀ ਇਸ ਕੋਵਿਡ ਦੇ ਨਾਲ ਲੜਨ ਦੀ, ਇਸ ਨੂੰ ਲੈ ਕੇ ਸਥਿਤੀ ਬੜੀ ਅਜੇ ਤੱਕ ਪੂਰੀ ਤਰ੍ਹਾਂ ਕਲੀਅਰ ਨਹੀਂ ਹੋ ਪਾ ਰਹੀ ਹੈ। ਕਾਂਗਰਸ, ਅਕਾਲੀ ਦਲ ਔਰ ਆਮ ਆਦਮੀ ਪਾਰਟੀ ਤਿੰਨੋਂ ਜਗ੍ਹਾ ਤੇ ਖੜੀਆਂ ਨੇ। ਹਰਸਿਮਰਤ ਬਾਦਲ ਹੁਣਾਂ ਨੇ ਦਾਅਵਾ ਕੀਤਾ ਸੀਗਾ ਕਿ 886 ਕਰੋੜ ਰੁਪਏ ਕੋਵਿਡ ਦੇ ਨਾਲ ਲੜਾਈ ਲੜਨ ਨੂੰ ਪੰਜਾਬ ਸਰਕਾਰ ਨੂੰ ਮਿਲੇ ਨੇ। ਦੂਸਰੇ ਪਾਸੇ CM ਸਾਹਿਬ ਇਸ ਦਾਅਵੇ ਨੂੰ ਨਕਾਰ ਰਹੇ ਨੇ। ਤੁਸੀਂ ਵੀ ਕੇਂਦਰ ਦੀ ਰਾਜਨੀਤੀ ਦੇ ਵਿੱਚ ਹੈਗੇ ਹੋ, ਤੁਹਾਡੀ ਜਾਣਕਾਰੀ ਕੀ ਹੈਗੀ ਇਸ ਬਾਰੇ? ਦੇਖੋ, ਇਹਦੇ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੀ। CM ਸਾਹਿਬ ਹੈਡ ਕਰ ਰਹੇ ਨੇ ਪੰਜਾਬ ਸਟੇਟ ਨੂੰ, ਉਹਨਾਂ ਨੂੰ ਇੱਕ ਚੀਜ਼ ਦਾ ਪਤਾ ਹੈ, ਉਹ ਮੋਨੀਟਰ ਕਰ ਰਹੇ ਨੇ। ਤਾਂ ਜਿਹੜੀ ਰਾਸ਼ੀ ਕਹੀ ਹੈ ਕਿ ਭੇਜੀ ਗਈ ਹੈ, ਜੇ ਉਹ ਨਹੀਂ ਆਈ ਤਾਂ ਹੀ ਉਹ CM ਸਾਹਿਬ ਨੇ ਅੱਗੇ ਗੱਲ ਹੋਰ ਕੀਤੀ ਹੈ, ਚਾਹੇ PM ਨਾਲ ਕੀਤੀ, ਹੋਮ ਮਿਨਿਸਟਰ ਨਾਲ ਕੀਤੀ, ਹੈਲਥ ਮਿਨਿਸਟਰ ਨਾਲ ਕੀਤੀ, ਕਿ ਜੋ ਸਾਡੀ ਲੋੜ ਹੈਗੀ ਉਸ ਦੇ ਮੁਤਾਬਕ ਨਹੀਂ ਆਈ ਹੈਲਪ, ਔਰ ਜੇ ਹੈਲਪ ਆਈ ਹੁੰਦੀ ਤਾਂ CM ਅੱਗੇ ਗੱਲ ਨਾ ਕਰਦੇ। ਸੋ ਮੇਰੇ ਖਿਆਲ 'ਚ ਇਹਦੇ ਵਿੱਚ ਆਪਾਂ ਨੇ ਰਾਜਨੀਤੀ ਨਹੀਂ ਕਰਨੀ, ਪਰ ਵੱਖ-ਵੱਖ ਪਾਰਟੀਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ। ਹਰਸਿਮਰਤ ਬਾਦਲ, ਸੁਖਬੀਰ ਬਾਦਲ ਇਹ ਸਹਿਮਤ ਨੇ, ਉਹ ਹਿੱਸਾ ਹੈਗੇ ਨੇ ਸੈਂਟਰਲ ਸਰਕਾਰ ਦੇ, ਹਿੱਸਾ ਹੈਗੇ ਆ ਪੰਜਾਬ ਦੇ, ਤੇ ਇਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ, ਨਾ ਕੋਈ ਗੱਲ ਇਹੋ ਜਿਹੀ ਕਰਨ। ਤੁਹਾਨੂੰ ਲੱਗਦਾ ਇਹ ਰਾਜਨੀਤੀ ਦਾ ਹਿੱਸਾ ਹੈ, ਰਾਜਨੀਤੀ ਕਰ ਰਹੇ ਆ ਅਕਾਲੀ ਦਲ ਇਸ ਤੇ? ਦੇਖੋ, ਮੈਂ ਕਹਿ ਨਹੀਂ ਸਕਦੀ, ਪਰ ਇਹ ਰਾਜਨੀਤਿਕ ਰੰਗ ਲੱਗ ਰਿਹਾ ਹੈ, ਕਿਉਂਕਿ ਜੋ ਉਹ ਕਹਿ ਰਹੇ ਹੋ ਅਸਲੀਅਤ ਪੰਜਾਬ ਦੇ ਵਿੱਚ ਨਹੀਂ ਆਈ। CM ਸਾਹਿਬ ਨੂੰ ਪਤਾ ਹੈ, ਉਹ ਮੋਨੀਟਰ ਕਰ ਰਹੇ ਨੇ, ਰਿਸਪੌਂਸਿਬਲ ਨੇ। ਜੇ ਆਈ ਹੁੰਦੀ ਤਾਂ ਜ਼ਰੂਰ ਅਸੀਂ ਕਰਦੇ। ਅੱਜ ਮਨਪ੍ਰੀਤ ਬਾਦਲ ਜੀ ਨੇ ਵੀ ਬਹੁਤ ਵਧੀਆ ਇੱਕ ਸਟੇਟਮੈਂਟ ਦਿੱਤੀ ਹੈ, ਉਹ ਤੁਹਾਡੇ ਕੋਲ ਵੀ ਪਹੁੰਚੀ ਹੋਈ ਹੈ। ਸੋ ਇਹ ਜਿਹੜੀ ਸਥਿਤੀ ਹੈ, ਇਹ ਇਹੋ ਜਿਹੀ ਸਾਨੂੰ ਕਰਨੀ ਚਾਹੀਦੀ ਹੈ ਕਿ ਇਹ ਸੈਂਟਰ ਦੇ ਵਿੱਚ ਬਾਦਲ ਪਰਿਵਾਰ ਉਹਨਾਂ ਨੂੰ ਕਹਿਣ ਕਿ ਜ਼ਰੂਰ ਸਰਕਾਰ ਦੀ ਮਦਦ ਕਰਨ ਪੰਜਾਬ ਦੇ ਵਿੱਚ, ਕਿ ਅਸੀਂ ਪੰਜਾਬ ਦਾ ਬਣਦਾ ਹਿੱਸਾ, ਸਾਨੂੰ GST ਦਾ, ਕੋਵਿਡ ਨੂੰ ਫਾਈਟ ਕਰਨ ਦਾ, ਇਹ ਸਾਰਾ ਮਿਲੇ। ਈਵਨ ਉਹ ਇੱਕ ਹੋਰ ਐਲੀਗੇਸ਼ਨ ਲਾਉਂਦੇ ਨੇ ਮੈਮ, ਉਹ ਕਹਿੰਦੇ ਨੇ ਕਿ ਮੋਦੀ ਸਰਕਾਰ ਨੇ ਰਾਸ਼ਨ ਵੀ ਦਿੱਤਾ ਹੈਗਾ, ਕਰੀਬਨ 1.41 ਲੱਖ ਪਰਿਵਾਰਾਂ ਦੇ ਲਈ ਰਾਸ਼ਨ ਦਿੱਤਾ ਹੈਗਾ। ਪੰਜਾਬ ਸਰਕਾਰ ਅੱਗੇ ਰਾਸ਼ਨ ਵੀ ਨਹੀਂ ਵੰਡ ਰਹੀ। ਉਹਨਾਂ ਨੇ ਕਿਹਾ ਕਿ 5 ਕਿਲੋ ਆਟਾ ਪ੍ਰਤੀ ਵਿਅਕਤੀ ਤੇ 1 ਕਿਲੋ ਦਾਲ ਦਾ ਰਾਸ਼ਨ ਹੈਗਾ, ਸਰਕਾਰ ਉਹ ਵੀ ਰਾਸ਼ਨ ਨਹੀਂ ਅੱਗੇ ਤੱਕ ਵੰਡ ਰਹੀ। ਦੇਖੋ, ਮੈਂ ਇਹ ਗੱਲ ਤੇ ਸਹਿਮਤ ਨਹੀਂ ਹੈ ਜੀ। ਰਾਸ਼ਨ ਪਹੁੰਚ ਗਿਆ ਹੈ, ਸਰਕਾਰ ਵੱਲੋਂ ਵੀ ਪਹੁੰਚਿਆ ਹੈ, ਨੀਲੇ ਕਾਰਡ ਹੋਲਡਰਸ ਵੱਲੋਂ ਵੀ ਪਹੁੰਚਿਆ ਹੈ, ਔਰ ਰਾਸ਼ਨ ਦੇ ਪੂਲ ਦੇ ਵਿੱਚ ਮੈਂ ਤਾਂ ਇਹ ਸਮਝਦੀ ਹਾਂ ਕਿ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੈ। ਜੋ ਅਸੀਂ ਕਣਕ ਔਰ ਚਾਵਲ ਭੇਜਦੇ ਹਾਂ, ਉਹ ਸੈਂਟਰਲ ਸਰਕਾਰ ਨੂੰ ਪੰਜਾਬ ਤੋਂ ਹੀ ਜਾਂਦਾ ਹੈ। ਅਸੀਂ ਫੂਡ ਬੋਲ ਹੈ, ਤਾਂ ਇਹਦੇ ਉੱਤੇ ਤੂੰ ਮੈਂ ਨਹੀਂ ਕਰਨੀ ਚਾਹੀਦੀ। ਮੇਰੇ ਖਿਆਲ 'ਚ ਤੁਸੀਂ ਪਟਿਆਲੇ ਦਾ ਐਗਜ਼ਾਮਪਲ ਲੈ ਲਓ, ਤਾਂ ਮੇਰੇ ਖਿਆਲ 'ਚ ਇਹ 2nd ਜਾਂ 3rd ਰਾਊਂਡ ਰਾਸ਼ਨ ਦਾ ਜਾ ਰਿਹਾ ਹੈ। ਵੋਲੰਟਰੀ ਬੰਦਿਆਂ ਤੋਂ ਰਾਸ਼ਨ ਗਿਆ, ਚਾਹੇ ਮੇਰੇ MP ਲੈਡ ਤੋਂ ਰਾਸ਼ਨ ਗਿਆ, ਚਾਹੇ ਪੰਜਾਬ ਸਰਕਾਰ ਦਾ ਰਾਸ਼ਨ ਆਇਆ, ਚਾਹੇ ਸੈਂਟਰਲ ਸਰਕਾਰ ਦਾ ਰਾਸ਼ਨ ਆਇਆ, ਇਹ ਰਾਸ਼ਨ ਇੱਥੇ ਪੂਰੀ ਤਰ੍ਹਾਂ ਪਹੁੰਚ ਰਿਹਾ। ਤੁਸੀਂ MP ਲੈਡ ਦਾ ਜ਼ਿਕਰ ਕੀਤਾ, ਮੈਮ ਇੱਕ ਸਵਾਲ ਯਾਦ ਆ ਗਿਆ। MP ਲੈਡ ਫੰਡ ਫਿਲਹਾਲ ਦੇ ਲਈ ਸਸਪੈਂਡ ਕਰ ਦਿੱਤੇ ਗਏ ਆ, ਤੁਸੀਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ?
ਦੇਖੋ ਸਭ ਦਾ ਥੋੜਾ ਜਿਹਾ ਟਾਈਟ ਕਰਨਾ ਹੀ ਪਊਗਾ। ਐਮਪੀ ਲੈਡ ਵੀ ਇੱਕ ਚੀਜ਼ ਹੈਗੀ ਹੈ। ਇਹ ਵੈਸੇ ਪੂਰਾ ਹੀ ਬੰਦ ਕਰਨ ਦੇ ਬਜਾਏ ਚਾਹੇ ਥੋੜਾ ਪਰਸੈਂਟੇਜ ਕਰ ਦਿੰਦੇ ਤਾਂ ਵਧੀਆ ਰਹਿੰਦਾ ਕਿ ਐਮਪੀ ਵੀ ਥੋੜਾ ਬਹੁਤਾ ਕੰਮ ਕਰ ਸਕਦਾ ਹੈ, ਕਿਉਂਕਿ ਬਾਈ ਐਂਡ ਲਾਰਜ ਸਰਕਾਰਾਂ ਜਿਹੜੀਆਂ ਨੇ ਉਹ ਚਾਹੇ ਵਿਰੋਧੀ ਦਲ ਦੀਆਂ ਹੋਣ ਐਮਪੀ ਤੋਂ ਜਾਂ ਐਮਪੀ ਦੇ ਦਲ ਦੀਆਂ ਹੋਣ, ਉਹ ਜ਼ਿਆਦਾ ਸਰਕਾਰਾਂ ਸਟੇਟ ਵੱਲ ਤਵੱਜੋ ਕਰਦੀਆਂ ਨੇ, ਪਰ ਲੋਕ ਜਿਹੜੇ ਐਮਪੀ ਨੂੰ ਬਣਾ ਕੇ ਭੇਜਦੇ ਨੇ ਉਹ ਐਮਪੀ ਤੋਂ ਵੀ ਕੋਈ ਉਮੀਦ ਕਰਦੇ ਨੇ ਕਿ ਸਾਡੀ ਥੋੜੀ ਬਹੁਤੀ ਮਦਦ ਹੋਏ। ਸੋ ਚਾਹੇ ਕੱਟ ਕਰ ਦਿੰਦੇ, ਪੂਰੀ ਤਰ੍ਹਾਂ ਨਾ ਕਰਦੇ। ਕੱਟ ਸੈਂਟਰ ਸਰਕਾਰ ਦਾ ਫੈਸਲਾ ਹੈਗਾ। ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਚੱਲ ਰਹੀ ਹੈਗੀ ਹੈ ਫਿਲਹਾਲ ਸਿੱਧੇ ਤੌਰ ਤੇ ਅਸੀਂ ਕਹਿ ਰਹੇ ਹਾਂ ਕਿ ਬਾਦਲ ਪਰਿਵਾਰ ਦੇ ਦਰਮਿਆਨ ਔਰ ਕੈਪਟਨ ਅਮਰਿੰਦਰ ਸਿੰਘ ਦੀ ਫੈਮਿਲੀ ਦੇ ਦਰਮਿਆਨ ਇੱਕ ਜਿਹੜੇ ਹਜੂਰ ਸਾਹਿਬ ਦੇ ਵਿੱਚ ਸੰਗਤ ਫਸੀ ਹੋਈ ਸੀਗੀ, ਉਹਨਾਂ ਨੂੰ ਵਾਪਸ ਲਿਆਉਣ ਨੂੰ ਲੈ ਕੇ ਵੀ ਬੜੀ ਅਸੀਂ ਕਹਿ ਸਕਦੇ ਕਿ ਰੱਸਾਕਸ਼ੀ ਚੱਲ ਰਹੀ ਹੈ ਦੋਨੋਂ ਪਾਸੇ। ਹਰਸਿਮਰਤ ਬਾਦਲ ਹੁਣੀ ਇੱਕ ਵੀਡੀਓ ਜਾਰੀ ਕਰਦੇ ਨੇ, ਉਹ ਕਹਿੰਦੇ ਕਿ ਅਮਿਤ ਸ਼ਾਹ ਦੇ ਨਾਲ ਕਹਿੰਦੇ ਮੁਲਾਕਾਤ ਹੋਈ ਹੈ, ਉਸ ਤੋਂ ਬਾਅਦ ਅਮਿਤ ਸ਼ਾਹ ਨੇ ਉद्धਵ ਠਾਕਰੇ ਨਾਲ ਗੱਲ ਕੀਤੀ ਹੈ ਤੇ ਪਰਮਿਸ਼ਨ ਸੈਂਟਰ ਗਵਰਨਮੈਂਟ ਨੇ ਦੇ ਦਿੱਤੀ ਹੈ। ਦੂਸਰੇ ਪਾਸੇ ਇੱਕ ਕੈਪਟਨ ਅਮਰਿੰਦਰ ਸਿੰਘ ਟਵੀਟ ਕਰਦੇ ਨੇ, ਉਹ ਕਹਿੰਦੇ ਨੇ ਕਿ ਸਾਡੀ ਗੱਲਬਾਤ ਹੋ ਗਈ ਹੈ ਮਿਨਿਸਟਰੀ ਦੇ ਨਾਲ, ਅਸੀਂ ਉਹਨਾਂ ਨੂੰ ਕਿਹਾ ਕਿ ਜਲਦੀ ਉਹਨਾਂ ਨੂੰ ਨਾਂਦੇੜ 'ਚ ਜਿਹੜੀ ਸੰਗਤ ਫਸੀ ਗਈ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏ। ਤੁਹਾਨੂੰ ਲੱਗਦਾ ਕਿ ਇਹ ਵੀ ਕ੍ਰੈਡਿਟ ਵਾਰ 'ਤੇ ਚਲਾ ਗਿਆ ਕਿਉਂਕਿ ਫਸੇ ਸ਼ਰਧਾਲੂ ਹੋਏ ਸੀਗੇ ਤੇ ਦੂਸਰੇ ਪਾਸੇ ਚਲਾ ਗਿਆ, ਲੋਕ ਸਮਝ ਨਹੀਂ ਪਾ ਰਹੇ ਕਿ ਸੱਚ ਕਿਹੜੇ ਪੱਖ 'ਚ ਖੜਾ ਹੈ। ਦੇਖੋ ਇਹਦੇ ਵਿੱਚ ਬਿਲਕੁਲ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਸੀਐਮ ਸਾਹਿਬ ਦੀ ਜ਼ਿੰਮੇਵਾਰੀ ਹੈ ਜੋ ਪੰਜਾਬ ਤੋਂ ਬਾਹਰ ਗਏ ਹੈ ਕਿ ਉਹਨਾਂ ਦੀ ਵਾਪਸੀ ਦੇ ਲਈ ਮੰਗ ਕਰਨ, ਉਹ ਵੀ ਜਿਹੜੇ ਨਿਯਮ ਰੱਖੇ ਹੋਏ ਨੇ ਉਹਨਾਂ ਦੇ ਅਨੁਸਾਰ। ਤਾਂ ਹੋਮ ਮਿਨਿਸਟਰ ਨਾਲ ਜ਼ਰੂਰ ਗੱਲ ਕੀਤੀ ਹੈ, ਹਰਸਿਮਰਤ ਨੇ ਵੀ ਗੱਲ ਕੀਤੀ ਹੋਊਗੀ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਬਾਹਰ ਬੈਠੇ ਹੈ ਉਹ ਸੁਰੱਖਿਅਤ ਵਾਪਸ ਆਉਣ, ਔਰ ਇਹਦੀ ਰਿਸਪੌਂਸਿਬਿਲਿਟੀ ਸੀਐਮ ਦੀ ਹੈਗੀ ਹੈ ਔਰ ਉਹ ਪੂਰੀ ਦੇਖ ਰੇਖ ਕਰ ਰਹੇ ਨੇ। ਪੰਜਾਬ ਦੇ ਵਿੱਚ ਖਰੀਦ ਸ਼ੁਰੂ ਹੋ ਗਈ ਹੈ, ਤੁਹਾਡੇ ਪਟਿਆਲੇ ਦੇ ਵਿੱਚ ਕਿੰਨੀ ਕੁ ਖਰੀਦ ਹੋ ਚੁੱਕੀ ਹੈ ਮੰਡੀਆਂ ਦੇ ਵਿੱਚ, ਔਰ ਕੀ ਅਰੇਂਜਮੈਂਟਸ ਹੈਗੇ ਨੇ? ਦੇਖੋ ਅਰੇਂਜਮੈਂਟਸ ਬਹੁਤ ਵਧੀਆ ਨੇ। ਥੋੜੀ ਜਿਹੀ ਦਿੱਕਤ ਆ ਰਹੀ ਥੀ, FCI ਦੇ ਜਿਹੜੇ ਨੋਰਮਸ ਸੀਗੇ ਉਹ ਜ਼ਿਆਦਾ ਸਟ੍ਰਿਕਟ ਸੀਗੇ ਕਿਉਂਕਿ ਕੁਝ ਖਰੀਦ FCI ਕਰ ਰਹੀ ਹੈ, ਪੰਜਾਬ ਦੀਆਂ ਏਜੰਸੀਜ਼ ਸਾਰੀਆਂ ਕਰ ਰਹੀਆਂ ਨੇ। ਅੱਜ ਤੋਂ ਉਮੀਦ ਹੈ ਕਿ ਮੇਰੇ ਹਲਕੇ ਦੇ ਵਿੱਚ ਵੀ ਸ਼ੁਰੂਆਤ ਹੋ ਗਈ FCI ਦੀ ਵੀ ਖਰੀਦ, ਤੇ ਪਟਿਆਲੇ ਹਲਕੇ ਦੇ ਵਿੱਚ ਮੇਰੇ ਖਿਆਲ 'ਚ ਕੋਈ 2.75 ਲੱਖ ਟਨ ਖਰੀਦੇ ਗਏ ਨੇ। ਔਰ ਜੋ ਮੇਰੀ ਨੌਲੇਜ 'ਚ ਹੈ ਕਿ ਅੱਜ ਸਵੇਰ ਤੱਕ ਪੰਜਾਬ ਦੇ ਵਿੱਚ ਕੋਈ 21 ਲੱਖ 72 ਟਨ ਦੇ ਕਰੀਬ ਲਗਭਗ ਖਰੀਦ ਹੋ ਚੁੱਕੀ ਸੀ। ਬਾਰਦਾਨੇ ਦੀ ਜ਼ਰੂਰ ਥੋੜੀ ਬਹੁਤੀ ਦਿੱਕਤ ਆ ਰਹੀ ਹੈ ਕਿਉਂਕਿ ਵੈਸਟ ਬੰਗਾਲ ਤੋਂ ਆ ਰਿਹਾ ਸੀ, ਉਹ ਵੀ ਪੂਰੀ ਅਰੇਂਜਮੈਂਟ ਹੋ ਰਿਹਾ ਹੈ ਔਰ ਮੇਰੇ ਖਿਆਲ 'ਚ ਕੁਝ ਦਿਨਾਂ ਦੇ ਵਿੱਚ ਉਹ ਵੀ ਹੋ ਜਾਊਗਾ ਔਰ ਖਰੀਦ ਵਧੀਆ ਤਰੀਕੇ ਨਾਲ ਹੋ ਰਹੀ ਹੈ। ਇੱਕ ਬੜੀਆਂ ਜਗ੍ਹਾ ਤੋਂ ਮੈਮ ਇਹ ਖਬਰ ਨਿਕਲ ਕੇ ਆ ਰਹੀ ਹੈਗੀ ਹੈ ਕਿ ਜਿਹੜੇ ਕਿਸਾਨ ਹੈਗੇ ਉਹ ਆੜਤੀਆਂ ਦੀ ਲੜਾਈ ਦੇ ਵਿੱਚ ਬਹੁਤ ਪਿਸ ਗਏ। ਕੁਛ ਆੜਤੀ ਹੈਗੇ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਆ, ਕੁਛ ਆੜਤੀ ਹੈਗੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਆ, ਅਕਾਲੀ ਦਲ ਦੇ ਨਾਲ ਜੁੜੇ ਹੋਏ, ਔਰ ਇਸ ਧੜੇਬੰਦੀ ਦੇ ਵਿੱਚ ਆਮ ਕਿਸਾਨ ਜਿਹੜੇ ਪਿਸ ਕੇ ਰਹਿ ਗਏ ਜਿਨ੍ਹਾਂ ਨੂੰ ਪਾਸਿਸ ਨਹੀਂ ਪਹੁੰਚ ਰਹੇ। ਕਿਆ ਤੁਸੀਂ ਕੋਈ ਇਹਨਾਂ ਚੀਜ਼ਾਂ ਨੂੰ ਮੋਨੀਟਰ ਕਰ ਰਹੇ ਹੋ ਤੁਹਾਡੇ ਕਨਸਟੀਟਿਊਐਂਸੀ 'ਚ? ਮੈਨੂੰ ਇੱਥੋਂ ਕੋਈ ਕੰਪਲੇਂਟ ਨਹੀਂ ਆਈ ਆਪਣੇ ਹਲਕੇ ਤੋਂ। ਜੇ ਕਿਸੇ ਹੋਰ ਹਲਕਿਆਂ 'ਚ ਵਿੱਚ ਹੋਊਗੀ ਤਾਂ ਜ਼ਰੂਰ ਸਰਕਾਰ ਬਹੁਤ ਸਟ੍ਰਿਕਟ ਐਕਸ਼ਨ ਲਊਗੀ। ਇਹਦੇ ਉੱਤੇ ਬਿਲਕੁਲ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਜਿਹਦੇ ਕੋਲ ਆੜਤੀਆ ਦਾ ਲਾਇਸੈਂਸ ਹੈ ਉਸ ਨੂੰ ਪੂਰੀ ਇੱਕ ਰਿਸਪੌਂਸਿਬਲ ਨਾਗਰਿਕ ਸਮਝ ਕੇ ਆਪਣੇ ਆਪ ਨੂੰ ਇਹ ਗੱਲ ਕਰਨੀ ਚਾਹੀਦੀ ਹੈ ਔਰ ਇਹਦੇ ਉੱਤੇ ਜ਼ਰੂਰ ਪੰਜਾਬ ਸਰਕਾਰ ਬਹੁਤ ਸਟ੍ਰਿਕਟਲੀ ਐਕਸ਼ਨ ਲਊਗੀ। ਪਰ ਤੁਹਾਡੇ ਹਲਕੇ ਦੇ ਵਿੱਚੋਂ ਕਈ ਜਗ੍ਹਾ ਤੋਂ ਇਹ ਖਬਰਾਂ ਨਿਕਲ ਕੇ ਆਈਆਂ ਸੀਗੀਆਂ ਕਿ ਜਿਹੜੀਆਂ ਕੰਬਾਈਨਾਂ ਨਹੀਂ ਹੈਗੀਆਂ ਕਈ ਜਗ੍ਹਾ ਦੇ ਉੱਤੇ, ਉਹ ਫਸਲਾਂ ਦੀ ਵਾਢੀ ਡਿਲੇ ਹੋ ਰਹੀ ਹੈ ਕਿਉਂਕਿ ਕੰਬਾਈਨਾਂ ਪੂਰੀਆਂ ਪਹੁੰਚੀਆਂ ਨਹੀਂ ਹੈਗੀਆਂ। ਜਿਨ੍ਹਾਂ ਕਿਸਾਨਾਂ ਨੂੰ ਟੋਕਨ ਨਹੀਂ ਮਿਲੇ ਉਹ ਕਟਾਈ ਨਹੀਂ ਕਰਵਾ ਪਾ ਰਹੇ। ਦੇਖੋ ਉਹ ਮੈਂ ਪਤਾ ਕਰ ਲੂੰਗੀ ਕਿੱਥੇ, ਮੇਰੇ ਕੋਲ ਕੋਈ ਹਾਲੇ ਤੱਕ ਸ਼ਿਕਾਇਤ ਨਹੀਂ ਆਈ। ਲਗਾਤਾਰ ਜਿਹੜੀਆਂ ਮੰਡੀਆਂ ਦੀ ਸ਼ਿਕਾਇਤ ਆਈ ਥੀ ਕਿ FCI ਨਹੀਂ ਚੱਕ ਰਹੀ, ਉਹ ਵੀ ਅੱਜ ਰਿਜ਼ੋਲਵ ਹੋ ਗਈ ਹੈ। ਬਾਕੀ ਖਰੀਦ ਵਧੀਆ ਤਰੀਕੇ ਨਾਲ ਆ ਰਹੀ ਹੈ। ਸ਼ਿਕਾਇਤ ਖਾਲੀ ਇੰਨੀ ਆਈ ਥੀ ਕਿ ਬਾਰਦਾਨਾ ਥੋੜਾ ਜਿਹਾ ਘੱਟ ਸੀ, ਉਹਦਾ ਵੀ ਪ੍ਰਬੰਧ ਹੋ ਰਿਹਾ 1-2 ਦਿਨਾਂ 'ਚ। ਉਹਦਾ ਵੀ ਹੋ ਰਿਹਾ।
ਇੱਕ ਮੈਮ ਜਿਹੜੀ ਅਸੀਂ ਹਸਪੀਟਲਸ ਦੀ ਗੱਲ ਕੀਤੀ ਆ, ਪੰਜਾਬ ਦੇ ਵਿੱਚੋਂ ਕਈ ਜਗ੍ਹਾ ਤੇ ਇਸ ਤਰ੍ਹਾਂ ਦੇ ਕੇਸ ਆਏ ਨੇ। ਤੁਸੀਂ ਦੇਖਿਆ ਹੋਵੇਗਾ ਕਿ ਇੱਕ ਪੇਸ਼ੈਂਟ ਦਾ ਬਿੱਲ ਅਦਾ ਕਰਨ ਨੂੰ ਸਰਕਾਰ ਨੇ ਵੀ ਕਹਿ ਦਿੱਤਾ ਸੀ, ਕਰੀਬਨ 5.5 ਲੱਖ ਰੁਪਏ ਦਾ ਬਿੱਲ ਸੀਗਾ ਉਹਦਾ, ਜਿਹਨੇ ਪ੍ਰਾਈਵੇਟ ਹਸਪੀਟਲ ਤੋਂ ਇਲਾਜ ਕਰਵਾਇਆ ਸੀ ਆਪਣਾ। ਸਰਕਾਰੀ ਜਿਹੜੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਰੋਨਾ ਦੇ ਪੇਸ਼ੈਂਟ ਜਾ ਰਹੇ ਆ, ਉਹਨਾਂ ਨੂੰ ਬਿੱਲ ਬੜੇ ਮੋਟੇ ਆ ਰਹੇ। ਹੁਣ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਲੋਕ ਆਪਣੀ ਗੱਲਾਂ ਸਰਕਾਰ ਤੱਕ ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚਾ ਰਹੇ ਜਾਂ ਮੀਡੀਆ ਤੱਕ ਪਹੁੰਚਾ ਰਹੇ, ਹੁਣ ਉਹਦੇ ਵਿੱਚ ਇਹ ਚੀਜ਼ ਨਿਕਲ ਕੇ ਆ ਰਹੀ ਹੈ ਕਿ ਸਰਕਾਰ ਵਿਵਸਥਾ ਕਰੇ ਕਿ ਜਿਹੜੇ ਲੋਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਕਰਵਾ ਰਹੇ ਨੇ ਕਰੋਨਾ ਦਾ, ਉਹ ਇਲਾਜ ਫ੍ਰੀ ਕੀਤਾ ਜਾਵੇ। ਇਸ ਚੀਜ਼ ਦੇ ਉੱਤੇ ਇੱਕ ਹੋਰ ਅਪਡੇਟ ਹੁਣ ਤੋਂ ਕੁਝ ਹੀ ਦੇਰ ਪਹਿਲਾਂ ਹੋਇਆ। ਸਿਮਰਜੀਤ ਬੈਂਸ ਨੇ ਇੱਕ ਲੈਟਰ ਲਿਖੀ ਹੈ ਸੀਐਮ ਨੂੰ ਇਸੇ ਸੰਬੰਧ 'ਚ। ਦੇਖੋ, ਮੈਂ ਪ੍ਰਿਵੀ ਨਹੀਂ ਆ ਇਸ ਲੈਟਰ ਨੂੰ, ਕਿਉਂਕਿ ਮੈਂ ਪਟਿਆਲੇ ਬੈਠੀ ਹੋਈ ਹਾਂ ਜੀ। ਇਹ ਸਾਰਾ ਕੁਝ ਚੰਡੀਗੜ੍ਹ ਹੋ ਰਿਹਾ, ਕਮਿਊਨੀਕੇਸ਼ਨ ਥੋੜਾ ਘੱਟ ਹੁੰਦਾ ਹੈ, ਸੋ ਇਹ ਗੱਲ ਦੇ ਉੱਤੇ ਮੈਂ ਜਵਾਬ ਨਹੀਂ ਦੇ ਸਕਦੀ ਕਿਉਂਕਿ ਮੈਨੂੰ ਇਹਦਾ ਪ੍ਰਿਵੀ ਨਹੀਂ ਹੈ। ਪਰ ਮੈਨੂੰ ਇੰਨਾ ਪਤਾ ਕਿ ਪਟਿਆਲੇ ਦੇ ਵਿੱਚ ਜਿਹੜੇ ਹੈਗੇ ਨੇ, ਇੱਕ ਡਿਸਟ੍ਰਿਕਟ ਦੇ ਵਿੱਚ ਗਿਆਨ ਸਾਗਰ ਹੈਗਾ ਜਿਹੜਾ ਮੋਹਾਲੀ ਡਿਸਟ੍ਰਿਕਟ ਨੂੰ ਦੇਖ ਰਿਹਾ ਕੋਵਿਡ ਪੇਸ਼ੈਂਟਸ ਨੂੰ, ਔਰ ਬਾਕੀ ਦੇ ਜਿਹੜੇ ਡਿਸਟ੍ਰਿਕਟ ਦੇ ਪੇਸ਼ੈਂਟਸ ਨੇ ਉਹ ਰਜਿੰਦਰਾ ਹਸਪੀਟਲ 'ਚ ਆ ਰਹੇ ਨੇ। ਸੋ ਹਾਲੇ ਤੱਕ ਮੈਨੂੰ ਇਹੋ ਜਿਹੀ ਕੋਈ ਖਬਰ ਨਹੀਂ ਆਈ। ਮਤਲਬ ਤੁਹਾਡੇ ਪਟਿਆਲੇ ਦੇ ਵਿੱਚ ਜਿਹੜੇ ਪੇਸ਼ੈਂਟਸ ਨੇ ਉਹ ਪ੍ਰਾਈਵੇਟ ਹਸਪੀਟਲ ਤੇ ਨਹੀਂ ਜਾ ਰਹੇ ਇਲਾਜ ਦੇ ਲਈ? ਜੇ ਜਾ ਰਹੇ ਨੇ ਤਾਂ ਆਪਣੇ ਤੌਰ ਤੇ ਜਾ ਰਹੇ ਨੇ, ਉਹਨਾਂ ਦੀ ਜ਼ਿਆਦਾ ਜਾਣਕਾਰੀ ਮੈਨੂੰ ਨਹੀਂ ਹੈ ਜੀ। ਪਰ ਮੈਮ ਵੈਸੇ ਤੁਹਾਡਾ ਨਿੱਜੀ ਰਾਏ ਕੀ ਹੈਗੀ ਹੈ, ਇਸ ਤਰ੍ਹਾਂ ਦੀ ਕੀ ਵਿਵਸਥਾ ਹੋ ਜਾਣੀ ਚਾਹੀਦੀ ਹੈ? ਕਿਉਂਕਿ ਮਹਾਮਾਰੀ ਹੈਗੀ ਹੈ, ਪੈਂਡੈਮਿਕ ਹੈ, ਇਹਦੇ ਅਗਰ ਜੇ ਮੋਟੇ ਖਰਚੇ ਆਉਂਦੇ ਨੇ, ਇਹਦੇ ਵਿੱਚ ਹਿਊਮੈਨਿਟੇਰੀਅਨ ਟੱਚ ਹੋਣਾ ਚਾਹੀਦਾ ਹੈ ਔਰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਿਹੜਾ ਆਇਆ ਹੈ ਪੇਸ਼ੈਂਟ ਉਸ ਦੀ ਸਹੀ ਦੇਖ ਰੇਖ ਹੋਏ ਔਰ ਬਹੁਤ ਜ਼ਿਆਦਾ ਉਹਦੀਆਂ ਫੀਸ ਨਾ ਹੋਣ। ਇੱਕ ਹੋਰ ਚੀਜ਼ ਤੁਹਾਡੇ ਤੋਂ ਮੈਮ ਜਾਣਨਾ ਚਾਹੁੰਦੇ, ਲੰਗਰ ਜਿਹੜੇ ਆਮ ਲੋਕ ਲਾ ਰਹੇ ਸੀਗੇ, ਕਈ ਜਗ੍ਹਾ ਤੋਂ ਲੰਗਰ ਬੰਦ ਹੋ ਗਏ। ਅਸੀਂ ਸੁਖਬੀਰ ਬਾਦਲ ਹੁਣਾਂ ਨੂੰ ਇਹ ਸਵਾਲ ਕੀਤਾ ਸੀਗਾ ਇੰਟਰਵਿਊ ਦੇ ਵਿੱਚ ਕਿ ਸ਼੍ਰੋਮਣੀ ਕਮੇਟੀ ਦਾ ਜਿਹਦਾ ਬਜਟ ਇੰਨਾ ਜ਼ਿਆਦਾ ਹੈਗਾ, ਲੋਕਾਂ ਨੂੰ ਲੰਗਰ ਖਿਲਾ ਸਕਦੀ ਸੀਗੀ, ਉਹਨਾਂ ਨੇ ਕੁਝ ਹੀ ਦੇਰ ਬਾਅਦ ਲੋਕਾਂ ਕੋਲ ਮਦਦ ਮੰਗਣੀ ਸ਼ੁਰੂ ਕਰ ਦਿੱਤੀ ਕਿ ਸਾਨੂੰ ਦਸਵੰਧ ਦਿਓ, ਸਾਡੇ ਅਨਾਜ ਵੀ ਦਿਓ। ਸ਼੍ਰੋਮਣੀ ਕਮੇਟੀ ਨੇ ਲੰਗਰ ਤੋਂ ਹੱਥ ਪਿੱਛੇ ਖਿੱਚ ਲਿਆ, ਜਿਹਦੇ ਜਵਾਬ ਦੇ ਵਿੱਚ ਉਹ ਕਹਿੰਦੇ ਨੇ, ਸੁਖਬੀਰ ਬਾਦਲ ਨੇ ਇੰਟਰਵਿਊ ਦੌਰਾਨ 2 ਦਿਨ ਪਹਿਲੇ ਕਿਹਾ ਸੀਗਾ, ਕਹਿੰਦੇ ਕਿ ਸਰਕਾਰ ਨੇ ਸਾਡਾ ਲੰਗਰ ਬੰਦ ਕਰਵਾ ਦਿੱਤਾ, ਸ਼੍ਰੋਮਣੀ ਕਮੇਟੀ ਦਾ। ਸਰਕਾਰ ਬਿਲਕੁਲ ਨਹੀਂ ਇਸ ਤਰ੍ਹਾਂ ਬੰਦ ਕਰਾਊਗੀ। ਸਰਕਾਰ ਨੇ ਜੋ ਲੰਗਰ ਜਿਹਦੇ ਸੋਸ਼ਲ ਡਿਸਟੈਂਸਿੰਗ ਨਹੀਂ ਸੀ, ਇਹ ਸ਼੍ਰੋਮਣੀ ਕਮੇਟੀ ਦੇ ਉੱਤੇ ਨਹੀਂ ਮੈਂ ਕਹਿ ਰਹੀ, ਮੈਂ ਤਾਂ ਇਹ ਕਹਿ ਰਹੀ ਹਾਂ ਜਿਹੜੇ ਸੰਸਥਾਵਾਂ ਨੇ ਥਾਂ ਲੰਗਰ ਸ਼ੁਰੂ ਕੀਤੇ ਸੀ, ਉੱਥੇ ਪ੍ਰੋਪਰ ਤਰੀਕੇ ਦੇ ਨਾਲ ਸੋਸ਼ਲ ਡਿਸਟੈਂਸਿੰਗ ਨਹੀਂ ਹੋ ਰਹੀ ਸੀ। ਪਟਿਆਲੇ ਦੇ ਵਿੱਚ ਹੀ ਮੈਂ ਤੁਹਾਨੂੰ ਦੱਸ ਸਕਦੀ ਹਾਂ, ਬਹੁਤ ਲੰਗਰ ਚੱਲੇ ਸੀ। ਫਿਰ ਡਿਪਟੀ ਕਮਿਸ਼ਨਰ ਨੇ, ਮੈਨੇ, ਅਸੀਂ ਸਾਰਿਆਂ ਨੇ ਅਪੀਲ ਕੀਤਾ, ਕਾਨਫਰੰਸ ਕੀਤੀ, ਕਾਉਂਸਲਰਸ ਨੇ ਬੈਠ ਕੇ ਸਲਾਹ ਕੀਤੀ ਕਿ ਲੰਗਰ ਦੇ ਬਜਾਏ ਉਹ ਜਿਹੜਾ ਦੇਣਾ ਚਾਹੁੰਦੇ ਆ ਉਹ ਰੈੱਡ ਕਰਾਸ ਦੇ ਵਿੱਚ ਜਾਏ ਔਰ ਉਹ ਸੁੱਕੇ ਰਾਸ਼ਨ ਦੇ ਤੌਰ ਦੇ ਉੱਤੇ ਅਸੀਂ ਪਹੁੰਚਾਈਏ, ਘਰ ਘਰ ਪਹੁੰਚਾਈਏ। ਇਹ ਕੋਵਿਡ ਮੈਨੇਜਮੈਂਟ ਦੇ ਲਈ ਵਧੀਆ ਗੱਲ ਹੈ ਔਰ ਇਹ ਸੋਸ਼ਲ ਡਿਸਟੈਂਸਿੰਗ ਵੀ ਰੱਖ ਸਕਦੀ ਹੈ ਔਰ ਲੋਕਾਂ ਨੂੰ ਐਕਸਪੋਜ਼ਰ ਨਹੀਂ ਹੁੰਦਾ। ਸੋ ਹੁਣ ਪਟਿਆਲੇ 'ਚ ਅਸੀਂ ਇਹ ਗੱਲ ਕੀਤੀ ਹੈ, ਮੇਰੇ ਖਿਆਲ 'ਚ ਇਸ ਗੱਲ ਨੂੰ ਹੀ ਦੇਖ ਕੇ ਗਵਰਨਮੈਂਟ ਨੇ ਕੋਈ ਕਿਹਾ ਹੋਣਾ ਹੈ, ਪਰ SGPC ਦੇ ਉੱਤੇ ਮੈਂ ਨਹੀਂ ਕਹਿ ਸਕਦੀ ਕੁਝ। ਹੈਰਾਨਗੀ ਦੀ ਗੱਲ ਹੈ ਕਿ 2 ਹਫ਼ਤਿਆਂ ਦੇ ਵਿੱਚ ਹੀ ਉਹਨਾਂ ਦਾ ਖਤਮ ਹੋ ਗਿਆ ਜੋ ਪੈਸਾ। ਠੀਕ ਹੈ ਮੈਮ, ਪਟਿਆਲੇ ਦਾ ਤੁਸੀਂ ਜ਼ਿਕਰ ਕੀਤਾ, ਪਟਿਆਲੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਹ ਕੇਸ ਇੱਕ ਕੜੀ ਬਣ ਰਹੀ ਹੈ, ਚੇਨ ਬਣ ਰਹੀ ਹੈ, ਹੁਣ ਇਸ ਚੇਨ ਨੂੰ, ਕੜੀ ਨੂੰ ਤੋੜਨ ਦੇ ਲਈ ਕੀ ਕਰ ਰਹੇ ਹੋ, ਕੀ ਪਲੈਨਿੰਗ ਹੈਗੀ ਅਗਲੇ ਦਿਨਾਂ ਦੀ? ਦੇਖੋ, ਬਹੁਤ ਜ਼ਬਰਦਸਤ ਪਲੈਨਿੰਗ ਕੀਤੀ ਹੈ ਜੀ। ਆਈ ਹੋਪ ਕਿ ਪਟਿਆਲੇ ਸ਼ਹਿਰ ਦੇ ਵਿੱਚ ਇਹ ਚੇਨ ਟੁੱਟੀ ਹੈ ਪਿਛਲੇ 2-3 ਦਿਨਾਂ ਤੋਂ, ਕਿਉਂਕਿ ਹਰ ਇੱਕ ਬੰਦੇ ਦੀ ਟ੍ਰੇਸ ਕਰ ਰਹੇ ਸੀ। ਐ ਪਤਾ ਚੱਲਿਆ ਕਿ ਜੋ ਕਿਤਾਬਾਂ ਵੇਚਦਾ ਸੀ, ਜੋ ਪਹਿਲਾਂ ਸ਼ੁਰੂ ਹੋਇਆ ਕਿ ਉਹਨੇ 1000 ਬੰਦਿਆਂ ਨੂੰ ਕਿਤਾਬਾਂ ਦਿੱਤੀਆਂ, ਉਹ ਆਈਡੈਂਟੀਫਿਕੇਸ਼ਨ ਪੂਰੀ ਕੋਸ਼ਿਸ਼ ਕਰ ਰਹੇ ਹੈ ਕਿ ਪਤਾ ਚੱਲੇ, ਕਿਉਂਕਿ ਸਕੂਲ ਦੇ ਰਾਹੀਂ ਵਗੈਰਾ। ਔਰ ਜਿਹੜੀ ਆਈਡੈਂਟੀਫਿਕੇਸ਼ਨ ਹੈਗੀ ਹੈ ਚੇਨ ਤੋੜਨ ਦੇ ਲਈ, ਆਈ ਹੋਪ ਕਿ ਰਾਜਪੁਰੇ ਦੇ ਵਿੱਚ ਵੀ ਸਾਰੇ ਆਈਡੈਂਟੀਫਾਈ ਹੋ ਜਾਣ 1-2 ਦਿਨਾਂ ਦੇ ਅੰਦਰ। ਆਈਡੈਂਟੀਫਾਈ ਹੋ ਇੱਕ ਵਿਊ ਬੜਾ ਨਿਕਲ ਕੇ ਆ ਰਿਹਾ ਮੈਮ ਇਸ ਚੀਜ਼ ਨੂੰ ਲੈ ਕੇ, ਕਹਿੰਦੇ ਹੁਣ ਕੇਸ ਇਸ ਲਈ ਜ਼ਿਆਦਾ ਸਾਹਮਣੇ ਆਉਣ ਲੱਗ ਗਏ ਕਿਉਂਕਿ ਸਕਰੀਨਿੰਗ ਹੋਣ ਲੱਗ ਗਈ ਜਾਂ ਟੈਸਟ ਹੋਣ ਲੱਗ ਗਏ। ਜਦੋਂ ਟੈਸਟ ਨਹੀਂ ਸੀਗਾ ਉਹ ਉਸ ਸਮੇਂ ਤੇ ਪਰਦਾ ਪਾ ਰੱਖਿਆ ਕਿ ਸਾਡੇ ਕੇਸ ਘੱਟ ਹੈਗੇ, ਕੰਟਰੋਲ ਹੈਗਾ। ਹੁਣ ਜੇ ਅਗਰ ਸਕਰੀਨਿੰਗ ਸ਼ੁਰੂ ਹੋਈ ਹੈ ਤੇ ਉਹਦਾ ਨਤੀਜਾ ਹੈਗਾ ਜਿਵੇਂ ਜਿਵੇਂ ਸਕਰੀਨਿੰਗ ਵਧੇਗੀ
ਇਹ ਕੇਸਿਸ ਵੱਧ ਸਕਦੇ ਨੇ? ਬਿਲਕੁਲ ਗੱਲ ਤੁਹਾਡੀ ਠੀਕ ਹੈ। ਪਟਿਆਲੇ ਦੇ ਵਿੱਚ ਵੀ ਜਿਹੜੇ ਉਹ ਕਿਤਾਬਾਂ ਵਾਲੇ ਦੇ ਨਾਲ ਸੀ, ਜਦ ਉਹਨਾਂ ਦੇ ਸਕਰੀਨਿੰਗ ਹੋਈ ਤਾਂ 9 ਬੰਦੇ ਉਹਨਾਂ ਵਿੱਚੋਂ ਬਿਲਕੁਲ ਏਸਿੰਪਟੋਮੈਟਿਕ ਸੀ ਜਿਨ੍ਹਾਂ ਦੇ ਟੈਸਟ ਹੋਏ ਨੇ। ਪਰ ਸਕਰੀਨਿੰਗ ਤਕਰੀਬਨ ਜਿੰਨੀ ਹੋਏਗੀ, ਜਿੰਨੀ ਟੈਸਟਿੰਗ ਹੋਏਗੀ, ਕੇਸ ਵਧਣਗੇ। ਪਰ ਇਹਦੀ ਜਿਹੜੀ ਅੱਛੀ ਗੱਲ ਹੈ, ਪੋਜ਼ਿਟਿਵ ਗੱਲ ਇਹਦੇ ਵਿੱਚੋਂ ਨਿਕਲਦੀ ਹੈ ਕਿ ਅਸੀਂ ਉਹਨੂੰ ਕੰਟੇਨ ਕਰ ਸਕਦੇ ਹੈਗੇ। ਠੀਕ ਹੈ। ਆਖਰੀ ਸਵਾਲ ਹੈਗਾ ਮੈਮ, ਮੈਂ ਤੁਹਾਨੂੰ ਨਿੱਜੀ ਤੌਰ ਤੇ ਇਹ ਪੁੱਛਣਾ ਚਾਹੁੰਦਾ, ਜਿਸ ਤਰ੍ਹਾਂ ਤੁਸੀਂ MP ਲੈਡ ਫੰਡਸ ਦਾ ਜ਼ਿਕਰ ਕੀਤਾ, ਤੁਸੀਂ ਪਰਸਨਲੀ ਨਿੱਜੀ ਤੌਰ ਦੇ ਉੱਤੇ PM ਜਾਂ CM ਰਿਲੀਫ ਫੰਡ ਦੇ ਵਿੱਚ ਕੋਈ ਨਿੱਜੀ ਤੌਰ ਤੇ ਉੱਤੇ ਕੰਟਰੀਬਿਊਟ ਕੀਤਾ ਹੈਗਾ? ਦੇਖੋ, PM ਫੰਡ ਦੇ ਲਈ ਸਾਨੂੰ ਸਪੀਕਰ ਦੇ ਆਫਿਸ ਤੋਂ ਆਇਆ ਸੀ ਕਿ ਇੱਕ ਸਾਈਨ ਕਰਕੇ ਦਿਓ ਕਿ 1 ਕਰੋੜ ਰੁਪਇਆ ਤੁਸੀਂ ਫੰਡ ਵਿੱਚੋਂ ਜਿੱਥੇ ਵੀ PM ਸਪੈਂਡ ਕਰਨਾ ਚਾਹੀਦਾ ਹੈ ਉਸ ਦੇ ਲਈ ਤੁਸੀਂ ਆਪਣੀ ਮਨਜ਼ੂਰੀ ਦਿਓ। ਉਹ ਮਨਜ਼ੂਰੀ ਦੇਤੀ, ਪਰ ਉਹ ਮੈਨੂੰ ਪਤਾ ਨਹੀਂ ਉੱਥੇ ਕੀ ਹੋ ਰਿਹਾ ਕੀ ਨਹੀਂ, ਕਿਉਂਕਿ ਬੰਦ ਕਰਤੇ। ਜਿੱਥੇ ਤੱਕ CM ਦਾ ਫੰਡ ਸੀ, ਉਹਦੇ ਵਿੱਚੋਂ ਕੁਝ ਰੋਕ ਕੇ ਜਿਹੜੇ ਮੈਂ ਅਲਾਟ ਕੀਤੇ ਸੀ, ਹਲੇ ਗਏ ਨਹੀਂ ਸੀ, ਉਹ 50 ਲੱਖ ਉੱਥੇ ਡਾਇਵਰਟ ਕੀਤਾ ਔਰ 20 ਲੱਖ ਮੇਰਾ ਬਚਿਆ ਹੋਇਆ ਸੀ ਜਿਹੜਾ ਮੈਂ ਪਟਿਆਲੇ ਸ਼ਹਿਰ ਦੇ ਪਹਿਲੇ ਫੂਡ ਪੈਕੇਟਸ ਦੇ ਲਈ ਉਹ ਉਸ ਲਈ ਖਰਚ ਕਰਤਾ। ਉਹ MP ਲੈਡ ਦਾ ਫੰਡ ਦਾ ਪੈਸਾ ਸੀ ਜਾਂ ਨਿੱਜੀ ਤੌਰ ਤੇ ਕੀਤਾ ਤੁਸੀਂ? ਨਹੀਂ ਜੀ, ਉਹ ਫੰਡ ਦਾ ਪੈਸਾ ਸੀ, ਨਿੱਜੀ ਤੌਰ ਤੇ ਮੈਂ ਆਪਣੀ ਤਨਖਾਹ ਦਿੱਤੀ ਸੀ ਜੀ। ਓਕੇ, ਠੀਕ ਹੈ ਮੈਮ, ਬਹੁਤ ਬਹੁਤ ਧੰਨਵਾਦ। ਦੈਨਿਕ ਸਵੇਰਾ ਦੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਸਾਨੂੰ ਸਮਾਂ ਦੇਣ ਦੇ ਲਈ। ਧੰਨਵਾਦ ਤੁਹਾਡਾ, ਥੈਂਕ ਯੂ।